ਜਿਹਾ ਹੋ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਜੁਗੂ ਜੁਗ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਰੂਪ ਸ਼ਬਦਾ ਅਵਤਾਰ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਛੱਡੇ ਹਨ। ਸਜੇ ਹੋਏ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਇਸ ਸੁਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ। ਹਰੀ ਜਸ ਕਹਿ ਕੇ, ਹਰੀ ਜਸ ਸੁਣ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਅੰਤਰ ਗੁਰ ਅਰਾਧਨਾ ਜੀਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼ਰਮਣੀ ਸਤਿਗੁਰ ਨਾਉ। ਸਿੱਖ ਨੂੰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਆਪਣੇ ਹਿਰਦੇ ਕਰਕੇ ਵੀ, ਅੰਤਰ ਬਿਰਤੀ ਕਰਕੇ ਵੀ ਗੁਰੂ ਦੀ ਅਰਾਧਨਾ ਕਰਨੀ ਹੈ। ਜ਼ੁਬਾਨ ਕਰਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ। ਨੇਤਰਾਂ ਦੇ ਨਾਲ, ਆਪਣੇ ਅੱਖਾਂ ਦੇ ਨਾਲ ਵੀ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ। ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਸੰਬੋਧਨ ਕਰਕੇ ਬਚਨ ਕੀਤੇ, ਸਮਝਾਇਆ, ਸਿਧਾਂਤ ਦੱਸਿਆ, ਸਿੱਖਿਆ ਦ੍ਰਿੜ ਕਰਾਈ ਹੈ। ਉਸ ਮਤ ਬੁੱਧ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ ਦਇਆ ਦ੍ਰਿਸ਼ਟੀ ਕੀਤੀ। ਆਓ ਹੁਣ ਕੁਝ ਸਮੇਂ ਵਾਸਤੇ ਜੋ ਇਸ ਵਿਦਿਆਲੇ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ। ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ। ਸਾਵਧਾਨ ਇਕਾਗਰ ਚਿੱਤ, ਸਾਵਧਾਨਤਾ ਦੇ ਨਾਲ ਆਪਣੇ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਮ ਖੰਡ ਕੀ ਬਾਣੀ ਜੋਰ, ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਰਨ ਕਮਲਾਂ ਪਾਸ ਸਿੱਧਾ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਰਮ ਖੰਡੀਆਂ ਬਾਰੇ, ਕਰਮ ਖੰਡ ਜਿਹੜੀ ਭੂਮਿਕਾ ਅਵਸਥਾ ਉਹ ਬਾਰੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ
ਦਸਣਾ ਕਰੋ। ਸੱਚੇ ਪਾਤਸ਼ਾਹ ਜੀ ਨੇ ਧਰਮ ਖੰਡ ਦੀ ਜਿਹੜੀ ਪੌੜੀ ਹੈ ਉਹਦੇ ਵਿੱਚ ਸਤ ਸੰਗੀ ਦਾ ਜ਼ਿਕਰ ਕੀਤਾ। ਸਰਮ ਖੰਡ ਦੀ ਪੌੜੀ ਵਿੱਚ ਸੇਵਕ ਦਾ ਜ਼ਿਕਰ ਕੀਤਾ। ਗਿਆਨ ਖੰਡ ਦੀ ਪੌੜੀ ਅੰਦਰ ਸੱਚੇ ਪਾਤਸ਼ਾਹ ਨੇ ਸਿੱਖ ਦੇ ਬਾਰੇ ਜ਼ਿਕਰ ਕੀਤਾ। ਹੁਣ ਸਿੱਧਾਂ ਦੀ ਬੇਨਤੀ ਨੂੰ ਸੁਣ ਕਰਕੇ ਸਰਬੱਤ ਦੇ ਭਲੇ ਵਾਸਤੇ ਪਾਵਨ ਗੁਰਬਾਣੀ ਦੇ ਬਚਨਾਂ ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਇੱਕ ਨੂੰ ਨਹੀਂ ਸਮੁੱਚੀ ਲਕਾਈ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦਾ ਉਚਾਰਨ ਕਰਦੇ ਆ। ਪਾਵਨ ਗੁਰਬਾਣੀ ਦੇ ਬਚਨ ਹਨ, ਜਨ ਪਾਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲਾਇਨ, ਹਰ ਸ਼ੋਮ ਲੈਨ ਮਲਾਇ। ਪਾਰ ਉਪਕਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਆਏ। ਧੰਨ ਧੰਨ ਆਇਆ ਜਨ ਆਇਆ, ਪ੍ਰਸਾਦ ਸਭ ਜਗਤ ਤਰਾਇਆ। ਆਵਨ ਕਾ ਇਹ ਸਵਾਉ, ਜਨ ਕਾ ਸੰਗ ਚਿਤ ਆਵਾ ਨਾਉ। ਪਰਮੇਸ਼ਰ ਤੇ ਪਰਮੇਸ਼ਰੀ ਆਪਣਾ ਨਾਮ ਨਹੀਂ ਜਪਾਉਂਦੇ। ਆਮ ਤੌਰ ਤੇ ਬਹੁਤਾਤ ਗਿਣਤੀ ਵਿੱਚ ਲੋਕਾਂ ਦਾ ਪੂਰਾ ਜ਼ੋਰ ਲੱਗਦਾ ਹੈ ਕਿ ਮੇਰੇ ਬਾਰੇ ਦੁਨੀਆ ਦੇ ਲੋਕਾਂ ਨੂੰ ਦੱਸਣਾ ਕਿ ਮੈਂ ਕੌਣ ਆ। ਮੇਰੇ ਬਾਰੇ ਦੁਨੀਆ ਦੇ ਲੋਕਾਂ ਨੂੰ ਦੱਸਣਾ ਕਿ ਮੇਰਾ ਸਿਮਰਨ, ਮੇਰਾ ਨਿਤਨੇਮ ਕਿੰਨਾ ਹੈ, ਮੈਂ ਪੁੰਨ ਦਾਨ ਕਿੰਨਾ ਕੁ ਕਰਦਾ ਹੈ, ਲੋੜਵੰਦਾਂ ਦੀ ਲੋੜ ਕਿੰਨੀ ਕੁ ਪੂਰੀ ਕਰਦਾ ਹੈ। ਆਪਣਾ ਆਪ ਦੱਸਣ ਬਾਰੇ ਸਾਰੀ ਉਮਰ ਬਤੀਤ ਕਰ ਲੈਂਦਾ ਪਰ ਫਿਰ ਵੀ ਪਰਮੇਸ਼ਰ ਦੀ ਬੰਦਗੀ ਤੋਂ ਜੀ ਵਾਂਝਾ ਰਹਿ ਜਾਂਦਾ, ਫਿਰ ਵੀ ਲੁਕਿਆ ਛਿਪਿਆ ਰਹਿ ਜਾਂਦਾ। ਜਿਸ ਤਰ੍ਹਾਂ ਦਾ ਆਇਆ ਦੁਨੀਆ ਤੋਂ ਤੁਰ ਗਿਆ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹ ਕੁਝ ਕਰਕੇ, ਕੁਝ ਗਾ ਕੇ, ਸੁਣਾ ਕੇ ਆਪਣੀ ਹੋਂਦ ਨਹੀਂ ਬਣਾਉਣ ਦਾ ਯਤਨ ਕਰਦੇ, ਪਰ ਫਿਰ ਵੀ ਉਹ ਲੋਕ ਛਿਪ ਕਰਕੇ ਰਹਿੰਦੇ ਆ। ਕਿਉਂ ਲੋਕ ਛਿਪ ਕੇ ਰਹਿੰਦੇ ਆ? ਨਾਨਕ ਦੁਖੀਆ ਸਭ ਸੰਸਾਰ। ਸ੍ਰਿਸ਼ਟੀ ਦੁੱਖਾਂ ਦੇ ਨਾਲ ਭਰੀ ਹੈ। ਫਿਰ ਉਹਨਾਂ ਦੀ ਬੰਦਗੀ ਵਿੱਚ, ਸੇਵਾ ਤੇ ਸਿਮਰਨ ਵਿੱਚ ਵਿਘਨ ਪੈਂਦਾ ਹੈ। ਦੁਨੀਆ ਦੇ ਲੋਕ ਪਰੇਸ਼ਾਨ ਕਰਦੇ ਆ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਸੁੱਖ ਮੰਗਦਾ, ਕੋਈ ਪਦਾਰਥ ਮੰਗਦਾ, ਪਰ ਆਪਣੇ ਹੱਥਾਂ ਪੈਰਾਂ ਨਾਲ ਕੁਝ ਨਹੀਂ ਕਰਨਾ। ਬੈਠੇ ਬਿਠਾਏ ਨੂੰ ਜਿਵੇਂ ਅੱਜ ਕੱਲ ਵਰਤਮਾਨ ਸਮੇਂ ਦੇ ਵਿੱਚ ਦੁਕਾਨਾਂ ਦੇ ਉੱਪਰ ਰੈਡੀਮੇਡ ਕੱਪੜਾ ਮਿਲਦਾ ਨਾ, ਬਣਿਆ ਬਣਾਇਆ, ਇਸੇ ਤਰ੍ਹਾਂ ਕਰੇ ਕੋਈ ਪਰ ਦੇਵੇ ਸਾਨੂੰ। ਆਪਣੇ ਹੱਥੀਂ ਅਸੀਂ ਕੁਝ ਨਹੀਂ ਕਰਨਾ, ਨਾ ਸੇਵਾ ਕਰਨੀ, ਨਾ ਸਿਮਰਨ ਕਰਨਾ, ਨਾ ਮਾੜੀ ਸੰਗਤ ਤੋਂ ਹਟਣਾ, ਨਾ ਧਰਮੀ ਬਣਨਾ, ਨਾ ਬਾਣੀ ਪੜ੍ਹਨੀ, ਨਾ ਗੁਰੂ ਦੇ ਦਰ ਤੇ ਜਾਣਾ। ਫਿਰ ਸਾਡੀ ਜ਼ਿੰਦਗੀ, ਸਾਡਾ ਜੀਵਨ, ਸਾਡਾ ਆਧਾਰ ਕਿਹੋ ਜਿਹਾ? ਇੱਕ ਜੂਆ ਖੇਡਣ ਵਾਲੇ ਜੁਆਰੀਏ ਵਰਗਾ।
ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਚਨ ਹਨ, ਐਸਾ ਜਗ ਦੇਖਿਓ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਜੁਆਰੀ ਕਹਿੰਦੇ ਜੂਆ ਖੇਡਣ ਵਾਲੇ ਨੂੰ। ਆਮ ਤੌਰ ਤੇ ਤੁਸੀਂ ਪਿੰਡਾਂ ਵਿੱਚ ਜਾਓਗੇ, ਚਰਸਤੇ, ਧਰਮਸ਼ਾਲ, ਇੱਥੋਂ ਤੱਕ ਗੁਰੂ ਘਰ ਦੇ ਵਿੱਚ ਜਿਹੜੇ 60 ਸਾਲ ਤੋਂ ਉੱਪਰ ਲੋਕ ਬੈਠੇ ਹੁੰਦੇ ਆ, ਉਹ ਸਾਰਾ ਦਿਨ ਤਾਸ਼ ਖੇਡਦੇ ਆ। ਤਾਸ਼ ਤੋਂ ਬਿਨਾਂ ਉਹਨਾਂ ਨੂੰ ਕੋਈ ਕੰਮ ਨਹੀਂ ਗੁਰਮੁਖੋ, ਇਹ ਵੀ ਇੱਕ ਜੂਆ ਹੈ। ਗੁਰੂ ਘਰ ਦੇ ਵਿੱਚ ਵੀ ਨਾਸਤਿਕ ਲੋਕ ਆ ਕਰਕੇ ਤਾਸ਼ ਖੇਡਦੇ ਆ। ਜਿਸ ਦਰ ਤੇ ਆ ਕਰਕੇ ਸੇਵਾ ਕਰਨੀ ਸੀ, ਜਿਸ ਦਰ ਤੇ ਆ ਕਰਕੇ ਮਨ ਦੀ ਘਾੜਤ ਕਰਨੀ ਸੀ, ਜਿਸ ਦਰ ਤੇ ਆ ਕਰਕੇ ਪਰਮੇਸ਼ਰ ਦੀ ਬੰਦਗੀ ਕਰਨੀ ਸੀ, ਉੱਥੇ ਵੀ ਅਸੀਂ ਲੋਕ ਜੂਆ ਖੇਡਣ ਦਾ। ਦੋ ਅਵਸਥਾ ਬੀਤ ਗਿਆ, ਬਾਲਪਨ ਬੀਤ ਗਿਆ, ਨੌਜਵਾਨੀ ਬੀਤ ਗਈ ਆ, ਬੁਢੇਪਾ ਆ ਗਿਆ। ਬੁਢੇਪੇ ਤੋਂ ਅੱਗੇ ਗੁਰਮੁਖੋ ਮੌਤ ਆਉਣੀ ਆ, ਪਰ ਅਜੇ ਵੀ ਰੱਬ ਨੂੰ ਚੇਤੇ ਨਹੀਂ। ਬਾਲ ਜਵਾਨੀ ਅਰ ਬਿਰਧ ਫੁਨ, तीन अवस्था जान, कहो नानक हर भजन बिन बिरथा सब ही मान। परमेश्वर दी बंदगी तो बिरथा ही ये सारा जीवन बतीत जीव कर लैंदा है। आओ हुण कुछ समय वास्ते होर सतगुरु साहिब जी दे पासों लाहा प्राप्त करिए। जिस तरह सच्चे पातशाह कर्म खंड की जिहड़ी अवस्था, कर्म खंड की है उहदे बारे जिक्र करदे आ। मन चित बिरती नूं कागर करके सरवण करके होर भी लाहा प्राप्त करिए जी। कर्म खंड की बाणी जोर, कर्म नाम है कमाई दा, कर्म नाम है बख्शिश दा। जिन्हां ने कमाई कीती है, मिसाल दे तौर ते तुसीं शहरां पिंडां कस्बियां विच जाओगे ना, लोग तुहानूं कहणगे कि असीं दुखी हां, साडी अरदास कर लिओ। पर आप कुछ नहीं करना, मेहनत नहीं करनी, मशक्कत नहीं करनी। ते जे उन्हां नूं कहिए ना कि तुसीं जिमींदार धंधे दे नाल संबंधित आ कणक बड़ी मेहनत नाल तैयार कीती है, सौणी दी फसल बड़ी मेहनत नाल तैयार कीती है, वड्डण वास्ते कोई होर मनुख आ जावे ते तुसीं आपन दिओगे? बिल्कुल नहीं। ये दुनियावी धन है, एक दुनियावी पक्ष है। पर जिहड़ा दा नाम रूपी धन है गुरमुखो, इहदे नालों बहुत ज्यादा औखा प्राप्त हुंदा। दुनिया दा धन कच्चा है, परमेश्वर दा धन पक्का है। कच्ची चीज गुरमुखो बाजार विच नहीं विकदी, कच्ची चीज नूं कोई लैंदा नहीं, कच्ची चीज दी कोई कीमत भी नहीं, कच्ची चीज नूं कोई खरीददा भी नहीं, कच्ची चीज वल कोई वेखदा भी नहीं। ते जिहड़ा परमेश्वर दा नाम रूपी धन आ, उहदे बारे पावन गुरबाणी दे बचन हन, इहो धन अखुट ना लखुटै ना जाए। ये नाश भी नहीं हुंदा, तेनू कोई खो भी नहीं सकदा। पर जिहड़ा कच्चा धन आ, सारी दुनिया उहदे बारे इकट्ठा करन दा यतन करदी आ। काचा धन संचै मूर्ख गवार, कच्चा धन मूर्ख बेसमझ लोग दुनिया ते इकट्ठा करदे आ। इकट्ठा कर करके जमा करके दुनिया तो तुर जाते हैं, पर धन दे उपर मेर करदे कि ये मेरा धन आ। श्री गुरु ग्रंथ साहिब जी महाराज सच्चे पातशाह दी पावन गुरबाणी दे बचन हन, सुम है तन राखण कौ दिया, मुग्ध कह तन मेरा।
ਸੋਮ ਬੰਦੇ ਨੂੰ ਅਸੀਂ ਤਨ ਰੱਖਣ ਵਾਸਤੇ ਦਿੱਤਾ, ਬੇਸਮਝ ਤੁਸ਼ ਬੁੱਧੀ ਅਲਪਗ ਜੀਵ ਕਹਿੰਦਾ ਇਹ ਤਨ ਮੇਰਾ, ਅਸੀਂ ਤੈਨੂੰ ਸੰਭਾਲਣ ਵਾਸਤੇ ਦਿੱਤਾ, ਰੱਖਣ ਵਾਸਤੇ ਦਿੱਤਾ। ਨਾ ਗੁਰਪੁਰਖ ਆਪ ਚੰਗਾ ਖਾਣਾ, ਨਾ ਚੰਗਾ ਹੰਡਾਉਣਾ, ਨਾ ਲੋੜਵੰਦਾਂ ਦੀ ਸੇਵਾ ਕਰਨੀ। ਇਹ ਧਨ ਨੂੰ ਕਿਤੇ ਖਰਚ ਨਹੀਂ ਕਰਨਾ, ਸੰਭਾਲ ਸੰਭਾਲ ਕੇ ਰੱਖਣਾ। ਤੇ ਸੱਚੇ ਪਾਤਸ਼ਾਹ ਉਹਨਾਂ ਮਹਾਂਪੁਰਖਾਂ ਦੇ ਬਾਰੇ ਕਥਨ ਕਰਦੇ ਆ, ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੇ ਕਰਤੱਵ, ਉਹਨਾਂ ਦੀ ਅਵਸਥਾ ਕੀ ਹੁੰਦੀ ਆ। ਉਹਨਾਂ ਦੀ ਗੁਰਮੁਖੋ ਗੁਰਬਾਣੀ ਵਿੱਚ, ਬਾਣੀ ਵਿੱਚ ਜੋਰ ਹੁੰਦਾ। ਕੀ ਜੋਰ ਹੁੰਦਾ? ਜੋ ਬਚਨ ਆਪਣੀ ਰਸਨਾ ਜ਼ਬਾਨ ਦੀ ਨਾਲ ਕਰਦੇ ਆ ਉਹ ਪੂਰਾ ਹੋ ਜਾਂਦਾ। ਸੱਚੇ ਪਾਤਸ਼ਾਹ श्री गुरु ग्रंथ साहब जी महाराज पावन गुरबाणी द्वारा कथन करदे आ, भगत मुखे ते बोलदे सो बचन होवंदे, नानक दास मुख ते जो बोलै इहा ओहा सच होवै। गिर बसदा जल पावन जाएगो, एक साध बचन अटलदा। ਪੰਜਾਂ ਤੱਤਾਂ ਦੀ ਸ੍ਰਿਸ਼ਟੀ ਬਣੀ ਹੈ, ਨਾਸ਼ ਸਕਦੀ ਹੈ, ਪਰ ਸਾਧੂ ਦਾ ਬਚਨ ਕਦੇ ਵਾਸਤੇ ਮਿਟ ਨਹੀਂ ਸਕਦਾ ਜਿਹੜਾ ਉਹਨਾਂ ਨੇ ਬਚਨ ਕਰ ਦਿੱਤਾ। ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੇ ਬਚਨਾਂ ਵਿੱਚ ਕਿੰਨੀ ਕੁ ਤਾਕਤ ਆ, ਕਿੰਨੀ ਕੁ ਸ਼ਕਤੀ ਆ। ਉਹਨਾਂ ਦੀ ਸਿੱਖਿਆ ਬਚਨਾਂ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ। ਜਿਸ ਤਰ੍ਹਾਂ ਕਿ ਗੁਰਮੁਖੋ ਬੀਤੇ ਸਮੇਂ ਦੌਰਾਨ ਮੰਜੀ ਹਾੜ ਦੀ ਸਟੇਜ ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ ਪ੍ਰਚਾਰ ਕਰਦੇ ਸਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਕਰਕੇ ਸੁਣਦੇ ਸਨ। ਜਿਨ੍ਹਾਂ ਨੇ ਸੰਗਤ ਕੀਤੀ, ਜਿਨ੍ਹਾਂ ਨੇ ਉਹਨਾਂ ਦੇ ਬਚਨ ਸਰਵਣ ਕੀਤੇ, ਗੁਰਮੁਖੋ ਅੰਮ੍ਰਿਤਧਾਰੀ ਬਣ ਗਏ। ਉਹਨਾਂ ਦੇ ਬਚਨਾਂ ਦਾ ਇੰਨਾ ਅਸਰ ਸੀ। ਮੰਜੀ ਹਾੜ ਦੀ ਸਟੇਜ ਉਹੀ ਹੈ, ਬਦਲੀ ਨਹੀਂ, ਉਹੀ ਰਹਿਣੀ ਆ, ਜੁਗਾਂ ਜੁਗੰਤਰਾਂ ਤੱਕ ਰਹਿਣੀ ਆ, ਕਦੇ ਬਦਲਣੀ ਨਹੀਂ। ਪਰ ਜਦੋਂ ਸਟੇਜ ਤੇ ਬੋਲਦੇ ਸਨ ਦੌੜ ਦੌੜ ਕਰਕੇ ਉਹਨਾਂ ਦਾ ਪ੍ਰਚਾਰ ਆ ਕਰਕੇ ਸੁਣਦੇ ਸਨ। ਭਾਵੇਂ ਨਿੰਦਕ ਲੋਕ ਉਦੋਂ ਵੀ ਵਿਰੋਧ ਕਰਦੇ ਸਨ, ਹੁਣ ਵੀ ਵਿਰੋਧ ਕਰਦੇ ਆ, ਪਰ ਉਹਨਾਂ ਨਿੰਦਕਾਂ ਦੀ ਗੱਲ ਦਾ ਕੋਈ ਵੀ ਅਸਰ ਨਹੀਂ ਹੋਇਆ। ਕਿਉਂ? ਨਿੰਦਕ ਦਾ ਕਰਮ ਆ, ਉਹਨੇ ਨਿੰਦਿਆ ਕਰਨੀ ਆ। ਨਿੰਦਕ ਦੇ ਹਿੱਸੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਸਾਧੂ ਦੀ ਨਿੰਦਿਆ ਦਿੱਤੀ ਆ। ਨਿੰਦਿਆ ਤੋਂ ਬਿਨਾਂ ਉਹਨਾਂ ਦਾ ਹੋਰ ਕੋਈ ਕੰਮ ਨਹੀਂ, ਉਹਨਾਂ ਨਿੰਦਿਆ ਹੀ ਕਰਨੀ ਆ। ਉਹਨਾਂ ਦੇ ਬੋਲਣ ਦਾ ਤਰੀਕਾ, ਲਹਿਜਾ, ਢੰਗ ਦੁਨੀਆ ਦੇ ਨਾਲੋਂ ਗੁਰਮੁਖੋਂ ਵੱਖਰਾ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਬਾਣੀ ਉਚਰੈ ਸਾਧ ਜਨ। ਜਿਹੜਾ ਸਾਧੂ ਮਹਾਤਮਾ ਕਮਾਈ ਵਾਲਾ ਮਹਾਂਪੁਰਖ ਬਾਣੀ ਪੜ੍ਹਦਾ, ਉਹਦੇ ਵਿੱਚ ਤੇ ਆਮ ਮਨੁੱਖ ਦੇ ਵਿੱਚ ਬਾਣੀ ਪੜ੍ਹਨ ਦੇ ਵਿੱਚ ਗੁਰਮੁਖੋ ਬਹੁਤ ਅੰਤਰ, ਬਹੁਤ ਹੀ ਫਰਕ ਹੁੰਦਾ ਹੈ। ਸੁਖ ਨੇ ਬੱਧਾ ਚੱਟੀ ਦੁਆਰਾ ਪੜ੍ਹਨੇ ਆ, ਪਰ ਕਮਾਈ ਵਾਲੇ ਕਰਮਖੰਡੀ ਜਿਹੜੇ ਲੋਕ ਆ, ਉਹਨਾਂ ਨੇ ਰਸ ਲੈਣਾ, ਆਨੰਦ ਲੈਣਾ, ਗੁਰਬਾਣੀ ਪੜ੍ਹਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸੱਜ ਕਰਕੇ ਅਸੀਂ ਬਾਣੀ ਪੜ੍ਹਦੇ ਆ। 10 ਪਾਤਸ਼ਾਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਰੂਪ ਵਿੱਚ ਸਾਡੇ ਕੋਲੋਂ ਗੁਰਬਾਣੀ ਸੁਣਦੀਆਂ। ਅਸੀਂ ਕੀ ਦੇਖਦੇ ਆ ਕਿ ਮੈਨੂੰ ਕੋਈ ਦੇਖਦਾ ਨਹੀਂ, ਮੈਨੂੰ ਕੋਈ ਸੁਣਦਾ ਨਹੀਂ। ਆਪਾਂ ਟਾਈਮ ਹੀ ਪੂਰਾ ਕਰਨਾ। ਗੁਰਮੁਖੋ ਪਰਮੇਸ਼ਰ ਸਦ ਸੁਣਦਾ, ਸਦ ਵੇਖਦਾ, ਕਿ ਮੁੱਕਰ ਪਿਆ ਜਾਏ ਉਹ ਸੁਣਦਾ ਵੀ ਆ, ਉਹ ਸਾਨੂੰ ਵੇਖਦਾ ਵੀ ਆ। ਉਹ ਰਸ ਲੈਣ ਵਾਸਤੇ, ਆਨੰਦ ਲੈਣ ਵਾਸਤੇ
ਖੁਸ਼ੀ ਤੇ ਖੇੜਾ ਪ੍ਰਾਪਤ ਕਰਨ ਵਾਸਤੇ ਗੁਰਮੁਖੋ ਗੁਰਬਾਣੀ ਪੜ੍ਹਦੇ ਆ, ਸੁਣਦੇ ਆ, ਪਰ ਸਾਡਾ ਤਰੀਕਾ ਕੁਝ ਹੋਰ, ਸਾਧੂ ਮਹਾਤਮਾ ਦਾ ਤਰੀਕਾ ਕੁਝ ਹੋਰ ਹੁੰਦਾ। ਉਹਨਾਂ ਦਾ ਪ੍ਰਚਾਰ ਹੁਮ ਹਮਾ ਕਰਕੇ ਦੁਨੀਆ ਦੇ ਲੋਕ ਸੁਣਦੇ ਹੁੰਦੇ ਸਨ, ਪਰ ਜਦੋਂ ਸਟੇਜ ਤੋਂ ਸਮਾਪਤੀ ਕਰਨੀ ਤੇ ਸੰਤਾਂ ਨੇ ਸਮਾਪਤੀ ਤੇ ਬਚਨ ਕਰਨੇ, ਗੁਰਮੁਖੋ ਜਿਨ੍ਹਾਂ ਨੇ ਮੇਰੇ ਤੋਂ ਬਾਅਦ ਬੋਲਣਾ ਉਹ ਬੜੇ ਸੋਹਣੇ ਵਿਦਵਾਨ ਆ, ਬੜਾ ਜ਼ਬਾਨ ਵਿੱਚ ਰਸ ਆ, ਬੜਾ ਉਹਨਾਂ ਦੇ ਹਿਰਦੇ ਵਿੱਚ ਗਿਆਨ ਆ। ਪਰ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ, ਮੇਰੇ ਤੋਂ ਬਾਅਦ ਜਿੰਨੇ ਵੀ ਬੁਲਾਰੇ ਆਉਣੇ ਆ ਸਾਰਿਆਂ ਨੂੰ ਸੁਣ ਕਰਕੇ ਜਾਣਾ। ਨਾਲ ਹੀ ਜਦੋਂ ਸੰਤਾਂ ਨੇ ਫਤਿਹ ਬੁਲਾਉਣੀ, ਸਾਰੇ ਦਾ ਸਾਰਾ ਪੰਡਾਲ ਗੁਰਮੁਖੋ ਖਾਲੀ ਹੋ ਜਾਂਦਾ ਸੀ। ਫਿਰ ਸ਼੍ਰੋਮਣੀ ਕਮੇਟੀ ਨੂੰ ਇਹ ਪ੍ਰਚਾਰ ਚੰਗਾ ਨਾ ਲੱਗਾ, ਭਾਇਆ ਨਾ। ਫਿਰ ਮੰਜੀ ਹਾਲ ਦੀ ਸਟੇਜ ਤੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦ ਕਰ ਦਿੱਤਾ ਕਿ ਸੰਤਾਂ ਨੂੰ ਸਟੇਜ ਤੇ ਮੰਜੀ ਹਾਲ ਦੀ ਸਟੇਜ ਤੇ ਬੋਲਣ ਨਹੀਂ ਦੇਣਾ। ਫਿਰ ਉਹਨਾਂ ਨੇ ਈਰਖਾ ਨਹੀਂ ਕੀਤੀ, ਲੜੇ ਨਹੀਂ, ਝਗੜਾ ਨਹੀਂ ਕੀਤਾ ਕਿ ਸਟੇਜ ਸਾਰਿਆਂ ਦੀ ਸਾਂਝੀ ਆ, ਮੰਜੀ ਹਾਲ ਸਮੁੱਚੇ ਪੰਥ ਦਾ ਸਾਂਝਾ, ਗੁਰੂ ਸਾਰਿਆਂ ਦਾ ਸਾਂਝਾ ਹੁੰਦਾ। ਤੁਸੀਂ ਕੌਣ ਆ ਰੋਕਣ ਵਾਲੇ? ਪਰ ਨਹੀਂ, ਝਗੜਾ ਨਹੀਂ ਕੀਤਾ, ਈਰਖਾ ਨਹੀਂ ਕੀਤੀ। ਲੰਗਰ ਹਾਲ ਦੀ ਉੱਪਰਲੀ ਸਟੇਜ ਪਰ ਬੈਠਣ ਲੱਗ ਪਏ, ਪਰ ਕਿਸੇ ਨੂੰ ਸੱਦਿਆ ਨਹੀਂ, ਆਵਾਜ਼ ਨਹੀਂ ਮਾਰੀ। ਪਰ ਜਿਹੜੇ ਭੌਰੇ ਸੀ ਨਾ, ਜਿਨ੍ਹਾਂ ਨੂੰ ਪਿਆਸ ਲੱਗੀ ਸੀ ਸੁਗੰਧੀ ਦੀ, ਗੁਰਮੁਖੋ ਉਹ ਲੰਗਰ ਹਾਲ ਦੀ ਸਟੇਜ ਉੱਪਰ ਗੁਰਮੁਖੋ ਆਉਣ ਲੱਗ ਪਏ, ਦੀਵਾਨ ਉੱਥੇ ਸੱਜਣ ਲੱਗ ਪਏ। ਜਿਹੜੇ ਲੰਮੇ ਸਮੇਂ ਤੋਂ ਕੋਰਟ ਕਚਹਿਰੀਆਂ ਵਿੱਚ ਕੇਸ ਚੱਲਦੇ ਸਨ, ਉਹਨਾਂ ਦੇ ਗੁਰਮੁਖੋ ਨਿਪਟਾਰੇ ਹੋਣ ਲੱਗ ਪਏ। ਪਰ ਸਰਕਾਰ ਨੂੰ, ਏਜੰਸੀਆਂ ਨੂੰ ਗੁਰਮੁਖੋ ਚੰਗਾ ਨਾ ਲੱਗਾ, ਸਮਾਜ ਸੁਧਾਰ ਉਹਨਾਂ ਨੂੰ ਚੰਗਾ ਨਾ ਲੱਗਾ, ਗੁਰਮੁਖੋ ਉੱਥੇ ਬੈਠਣਾ ਵੀ ਬੰਦ ਕਰਤਾ। ਫਿਰ ਜਿਹੜੀ ਸਰਾਂ ਵਿੱਚ ਰਹਿੰਦੇ ਸਨ ਉੱਥੇ ਰਹਿਣਾ ਵੀ ਬੰਦ ਕਰ ਦਿੱਤਾ ਵੀ ਸਰਾਂ ਵਿੱਚ ਤੁਸੀਂ ਰਹਿ ਨਹੀਂ ਸਕਦੇ। ਨਾਨਕ ਨਿਵਾਸ ਵਿੱਚੋਂ ਗੁਰਮੁਖੋ ਸੰਤਾਂ ਦੇ ਸਮੇਤ ਸਿੰਘਾਂ ਨੂੰ ਬਾਹਰ ਕੱਢ ਦਿੱਤਾ। ਪਰ ਇੱਥੇ ਬਸ ਨਹੀਂ, ਇੱਥੋਂ ਤੱਕ ਹੁਕਮਨਾਮਾ ਜਾਰੀ ਕਰ ਦਿੱਤਾ, ਸੰਤ ਗਿਆਨੀ ਜਰਨੈਲ ਸਿੰਘ ਸ਼ਾਸਤਰ ਧਾਰੀ ਹੋ ਕਰਕੇ ਦਰਬਾਰ ਸੇ ਮੱਥਾ ਨਹੀਂ ਟੇਕ ਸਕਦੇ। ਕਿੱਥੇ ਸਾਡੇ ਗੁਰੂ ਦੇ ਬਚਨ ਸਨ ਕਿ ਸਾਡੇ ਸਿੱਖ ਨੇ ਸ਼ਾਸਤਰ ਧਾਰੀ ਹੋਣਾ, ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਕਾਰ ਨੇ ਹੁਕਮਨਾਮਾ ਜਾਰੀ ਕਰਾ ਦਿੱਤਾ ਕਿ ਸੰਤ ਸਿੰਘ ਸ਼ਾਸਤਰ ਪਾ ਕਰਕੇ ਤੇ ਹਰਮੰਦਰ ਸਾਹਿਬ ਨਹੀਂ ਆ ਸਕਦੇ। ਪਰ ਕਿਸੇ ਨਾਲ ਗਿਲਾ ਨਹੀਂ, ਸ਼ਿਕਵਾ ਨਹੀਂ, ਰੋਸ ਨਹੀਂ, ਉਹ ਈਰਖਾ ਕੀਤੀ। ਆਪਣੇ ਆਸਣ ਤੋਂ ਉੱਠਣਾ, ਦਰਸ਼ਨੀ ਡਿਉੜੀ ਦੇ ਦਰਾ ਕਰਕੇ ਨਮਸਕਾਰ ਕਰਕੇ ਗੁਰਮੁਖੋ ਵਾਪਸ ਮੁੜ ਜਾਣਾ। ਫਿਰ ਮਾਰਨ ਵਾਸਤੇ ਕੀਤੇ ਤਰੀਕੇ ਵਰਤੇ ਆ। ਕਿਹਨੇ ਵਰਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਢੀ ਨੂੰ ਮਾਰਿਆ। ਫਿਰ ਸੰਤਾਂ ਨੂੰ ਮਾਰਨ ਦਾ ਯਤਨ ਕੀਤਾ, ਪਰ ਨਿਸਫਲ ਰਹੇ, ਕਾਮਯਾਬੀ ਨਾ ਹੋ ਸਕੀ ਤੇ ਗੁਰਮੁਖੋ ਇੱਥੋਂ ਤੱਕ ਨਿੱਗਰ ਗਏ। ਸੈਂਟਰ ਸਰਕਾਰ ਦੇ ਨਾਲ ਸੁਲਾ ਕਰਕੇ ਸ੍ਰੀ ਹਰਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਜਿੰਨੇ ਵੀ ਧਾਰਮਿਕ ਅਸਥਾਨ ਸਨ ਪੰਜਾਬ ਦੀ ਧਰਤੀ ਤੇ ਗੁਰਮੁਖੋ, ਇਹਨਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਚੰਡਾਲ ਚੌਕੜੀ ਕੌਣ ਸਨ? ਗੁਰਚਰਨ ਸਿੰਘ ਟੌੜਾ, ਲੌਂਗੋਵਾਲ, ਬਾਦਲ, ਤਲਵੰਡੀ, ਇਹਨਾਂ ਸਾਰਿਆਂ ਨੇ ਮਿਲ ਕਰਕੇ ਸੈਂਟਰ ਸਰਕਾਰ ਨਾਲ ਗੱਲ ਕਰਕੇ ਗੁਰਮੁਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਟੈਗ ਕਰਾ ਦਿੱਤਾ। ਗੁਰਮੁਖੋ ਜਿਹੜਾ ਲਾਲਚੀ ਤੇ ਸਵਾਰਥੀ ਬੰਦਾ, ਉਹਦਾ ਕੋਈ ਵੀ ਧਰਮ ਨਹੀਂ ਹੁੰਦਾ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕਰਮ ਖੰਡ ਕੀ ਬਾਣੀ ਜੂਰ,
ਅੱਜ ਟੌੜੇ ਦਾ ਕਿਸੇ ਨੂੰ ਕੋਈ ਪਤਾ ਨਹੀਂ, ਦੁਨੀਆ ਤੋਂ ਮਰ ਗਿਆ, ਕਿਸੇ ਨੂੰ ਪਤਾ ਨਹੀਂ ਕਿ ਟੌੜਾ ਕੌਣ ਸੀ। ਜਗਦੇਵ ਸਿੰਘ ਤਲਵੰਡੀ ਦੁਨੀਆ ਤੋਂ ਤੁਰ ਗਿਆ, ਕਿਸੇ ਨੂੰ ਕੋਈ ਪਤਾ ਨਹੀਂ। ਲੌਂਗੋਵਾਲ ਦੁਨੀਆ ਪਰ ਗੁਰਮੁਖੋ ਜਿੰਨਾ ਚਿਰ ਚੰਦ ਤਾਰੇ ਸੂਰਜ ਰਹਿਣਗੇ, ਪੰਜਾਂ ਤੱਤਾਂ ਦੀ ਸ੍ਰਿਸ਼ਟੀ ਬਣੀ ਰਹੇਗੀ, ਉਹਨਾਂ ਚਿਰ ਤੱਕ ਬਾਬਾ ਠਾਰੇ ਸਿੰਘ ਦਾ ਨਾਂ ਰਹੇਗਾ, ਭਾਈ ਅਮਰੀਕ ਸਿੰਘ ਦਾ ਨਾਂ ਰਹੂਗਾ, ਜਰਨਲ ਸ਼ਬੀਰ ਸਿੰਘ ਦਾ ਨਾਂ ਰਹੂਗਾ। ਜਿੰਨੇ ਹਰਮੰਦਰ ਸਾਹਿਬ ਦੇ ਅੰਦਰ ਸਿੱਖ ਸ਼ਹੀਦ ਹੋਏ, ਕਾਹਦੇ ਵਾਸਤੇ? ਨਿੱਜੀ ਝਗੜੇ ਵਾਸਤੇ ਨਹੀਂ, ਨਿੱਜੀ ਸਵਾਰਥਾਂ ਵਾਸਤੇ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਨੂੰ ਰੱਖਦਿਆਂ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਗੁਰਮੁਖੋ ਉਹਨਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਸ਼ਹੀਦਾਂ ਨੂੰ ਲੋਕ ਪ੍ਰਣਾਮ ਕਰਨਗੇ, ਪਰ ਜਿਹੜੀ ਸਰਕਾਰ ਨੇ ਅਟੈਕ ਕੀਤਾ ਦੁਨੀਆ ਦੇ ਲੋਕ ਉਹਨੂੰ ਲਾਹਣਤਾਂ ਪਾਉਂਦੇ ਰਹਿਣਗੇ। ਜਿਨ੍ਹਾਂ ਨੇ ਕਰਵਾਇਆ ਗੁਰਮੁਖੋ ਉਹਨਾਂ ਨੂੰ ਦੁਨੀਆ ਦੇ ਲੋਕ ਲਾਹਣਤਾਂ ਪਾਉਣਗੇ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਕਰਮ ਖੰਡ ਕੀ ਬਾਣੀ ਜੋਰ, ਜਿਨ੍ਹਾਂ ਨੇ ਮਿਹਨਤ ਕੀਤੀ ਆ, ਕਰਮ ਖੰਡ ਦੀ ਅਵਸਥਾ ਵਿੱਚ ਪਹੁੰਚੇ ਆ, ਉਹਨਾਂ ਦੀ ਬਾਣੀ ਵਿੱਚ, ਉਹਨਾਂ ਦੇ ਬਚਨਾਂ ਵਿੱਚ ਜ਼ੋਰ ਹੁੰਦਾ ਹੈ। ਜੋ ਬਚਨ ਉਹ ਕਹਿ ਦਿੰਦੇ ਆ ਮਿਟ ਹੁੰਦਾ, ਕਦੀ ਵਾਸਤੇ ਮਿਟਦਾ ਨਹੀਂ। ਆਪਣੇ ਬਚਨਾਂ ਦੇ ਨਾਲ ਗੁਰਸਿੱਖੀ ਦਾ ਪ੍ਰਚਾਰ ਕਰਕੇ ਪੰਥ ਤੇ ਗੁਰੂ ਦੇ ਨਾਲ ਜੋੜਦੇ ਆ, ਉਹਨਾਂ ਦੀ ਸਿੱਖੀ ਲੋਕ ਸਿੱਖੀ ਤੇ ਪਰਮੇਸ਼ਰ ਦੇ ਨਾਲ ਜੁੜਦੇ ਹਨ। ਤਿੱਥੈ ਹੋਰ ਨਾ ਕੋਈ ਹੋਰ, ਜਿੱਥੇ ਉਹਨਾਂ ਦੀ ਪਹੁੰਚ, ਜਿੱਥੇ ਉਹਨਾਂ ਦੀ ਅਵਸਥਾ ਬਣੀ ਆ, ਦੇਵੀ ਦੇਵਤੇ ਦੀ ਪੂਜਾ ਕਰਕੇ ਉੱਥੇ ਨਹੀਂ ਪਹੁੰਚ ਸਕਦਾ। ਹਿੰਦੂ ਮਤ ਦੇ ਤਿੰਨ ਪ੍ਰਮੁੱਖ ਦੇਵਤੇ ਆ, ਵਿਸ਼ਨੂੰ, ਬਰਮਾ ਤੇ ਸ਼ਿਵ ਜੀ। ਇਹਨਾਂ ਤਿੰਨ ਵੱਡੇ ਦੇਵਤਿਆਂ ਦੀ ਪੂਜਾ ਕਰਕੇ ਕੋਈ ਇਸ ਅਵਸਥਾ ਦਾ ਅਧਿਕਾਰੀ ਨਹੀਂ ਬਣ ਸਕਦਾ। ਜਾਂ ਜਿਸ ਤਰ੍ਹਾਂ ਵਰਤਮਾਨ ਸਮੇਂ ਦੇ ਵਿੱਚ ਕਈ ਚੁੰਚ ਗਿਆਨੀ ਆ ਕਹਿ ਦਿੰਦੇ ਜੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ, ਪਰ ਗੁਰਮੁਖੋ ਅਸਲ ਦੇ ਵਿੱਚ ਏਜੰਸੀਆਂ ਨੇ ਖਰੀਦੇ ਹੁੰਦੇ ਆ। ਦਸਤਾਰ ਵੀ ਸਿੱਖਾਂ ਵਾਲੀ ਆ, ਕਿਰਪਾਨ ਵੀ ਸਿੱਖਾਂ ਵਾਲੀ ਆ, ਕੇਸ ਦਾੜਾ ਵੀ ਸਿੱਖਾਂ ਵਾਲੇ ਆ, ਹੱਥ ਵਿੱਚ ਕਾੜਾ ਵੀ ਪਾਇਆ ਸਿੱਖਾਂ ਦੀ ਸਿੱਖੀ ਦੀ ਨਿਸ਼ਾਨੀ ਆ, ਕਿਸ਼ਹਿਰਾ ਵੀ ਪਾਇਆ, ਪਰ ਗੁਰਮੁਖੋ ਕਰਤੂਤ ਉਹਨਾਂ ਦੀ ਸਿੱਖੀ ਪੰਥ ਦੇ ਨਾਲ ਸੰਬੰਧਿਤ ਨਹੀਂ। ਬੋਲਣਾ ਉਲਟਿਆ, ਇਤਿਹਾਸ ਤੇ ਕਿੰਤੂ ਕਰਨਾ। ਗੁਰਮੁਖੋ ਲਿਬਾਸ ਤੋਂ ਲੋਕ ਪ੍ਰਭਾਵਿਤ ਹੁੰਦੇ ਆ, ਪਰ ਕਰਤੂਤਾਂ ਉਹਨਾਂ ਦੀਆਂ ਤਰਕਾਂ ਵਾਲੀਆਂ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਤਿੱਥੈ ਹੋਰ ਨਾ ਕੋਈ ਹੋਰ, ਚੁੰਚ ਗਿਆਨੀ ਜਾਂ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਉਸ ਅਵਸਥਾ ਦਾ ਅਧਿਕਾਰੀ ਹੋਰ ਕੋਈ ਨਹੀਂ ਬਣ ਸਕਦਾ। ਤਿੱਥੈ ਜੋਧ ਮਹਾਬਲ ਸੂਰ, ਕੌਣ ਪਹੁੰਚਦਾ? ਜੋਧੇ ਸਰਵਣ ਕਰਨ ਵਾਲੇ, ਮਹਾਬਲੀ ਮੰਨਣ ਵਾਲੇ ਤੇ ਸੂਰਮੇ ਨਿਧਿਆਸਨ ਕਰਨ ਵਾਲੇ। ਗੁਰਮੁਖੋ ਸੂਰਮੇ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਰਥੀ ਸੂਰਮਾ ਹੁੰਦਾ ਹੈ, ਜਿਹੜਾ 1000 ਦੁਸ਼ਮਣ ਦੇ ਨਾਲ ਇਕੱਲਾ ਲੜ ਸਕੇ ਉਹਨੂੰ। ਮਹਾਰਥੀ ਸੂਰਮਾ ਜਿਹੜਾ 10,000 ਫੌਜ ਦੇ ਨਾਲ ਇਕੱਲਾ ਮੁਕਾਬਲਾ ਕਰੇ ਉਹ ਮਹਾਰਥੀ ਸੂਰਮਾ ਹੁੰਦਾ। ਆਤਰਥੀ ਸੂਰਮਾ ਜਿਹੜਾ ਅਣਗਿਣਤ ਫੌਜਾਂ ਦੇ ਨਾਲ ਇਕੱਲਾ ਲੜੇ ਉਹਨੂੰ ਆਤਰਥੀ ਸੂਰਮਾ ਕਿਹਾ ਜਾਂਦਾ ਹੈ। ਤੇ ਪਰਮੇਸ਼ਰ ਦੀ ਦਰਗਾਹ ਵਿੱਚ ਕਿਹੜੇ ਸੂਰਮੇ ਆ? ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਤਿੱਥੈ ਜੋਧ, ਜਿਹੜੇ ਸਰੀਰ ਕਰਕੇ ਮਾੜੀ ਸੰਗਤ ਤੋਂ ਬਚੇ ਰਹਿੰਦੇ ਆ। ਮਾੜੀ ਸੰਗਤ ਕਰਕੇ, ਸਰੀਰ ਕਰਕੇ ਮਾੜੀ ਸੰਗਤ ਤੋਂ ਬਚੇ ਰਹਿੰਦੇ ਆ। ਇਹ ਗੁਰਮੁਖੋ ਰਥੀ ਸੂਰਮੇ ਆ, ਆਪਣੇ ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਸਰਵਣ ਕਰਦੇ ਆ।
ਮਹਾਬਲੀ ਜਿਹੜੇ ਸਰੀਰ ਕਰਕੇ ਵੀ ਮਾੜੀ ਸੰਗਤ ਤੋਂ ਬਚੇ ਰਹਿੰਦੇ ਆ। 10 ਇੰਦਰੀ, 5 ਕਰਮ ਇੰਦਰੀ, ਇਹਨਾਂ 10 ਇੰਦਰੀਆਂ ਨੂੰ ਵੀ ਆਪਣੇ ਅਧੀਨ ਕਰਕੇ ਰੱਖਦੇ ਆ। ਨਾ ਮਾੜਾ ਸੁਣਨਾ, ਨਾ ਹੀ ਭੈੜੀ ਨਾਲ ਕਦੇ ਵਾਤੇ ਤੱਕਣਾ, ਹੱਥਾਂ ਦੇ ਨਾਲ ਭੈੜੇ ਕਰਮ ਨਹੀਂ ਕਰਨ ਦੇ ਨਾਲ ਮਾੜੀ ਸੰਗਤ ਵਿੱਚ ਨਹੀਂ ਚੱਲ ਕੇ ਜਾਣਾ। ਇਹ ਗੁਰਮੁਖੋ ਪਰਮੇਸ਼ਰ ਦੇ ਦਰ ਤੇ ਬੜੀ ਸੂਰਮੇ ਆ। ਤੇ ਜਿਹੜੇ ਸੂਰਮੇ ਤੀਜੇ ਦਰਜੇ ਦੇ ਆ, ਸਰੀਰ ਕਰਕੇ ਵੀ ਬਚੇ ਰਹਿੰਦੇ ਮਾੜੀ ਸੰਗਤ ਤੋਂ। 10 ਇੰਦਰੀਆਂ ਨੂੰ ਆਪਣੇ ਅਧੀਨ ਕਰਦੇ ਆ, ਪਰ ਮਨ ਦੇ ਵਿੱਚ ਗੁਰਮੁਖੋ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਭੈੜਾ ਫੁਰਮਾ ਨਹੀਂ ਆਉਂਦਾ। ਇਸ ਜਗ੍ਹਾ ਦੇ ਜਿਹੜੇ ਅਧਿਕਾਰੀ ਆ, ਜੋਧੇ ਮਹਾਬਲੀ ਸੂਰਮੇ, ਸਰਵਣ ਕਰਨ ਵਾਲੇ, ਮੰਨਣ ਵਾਲੇ ਤੇ ਨਿਧਿਆਸਨ ਕਰਨ ਵਾਲੇ ਪਹੁੰਚਦੇ ਹਨ। ਤਿਨ ਮਹਿ ਰਾਮ ਰਹਿਆ ਭਰਪੂਰ, ਰੋਮ ਰੋਮ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਰਚੀ ਹੋਈ ਹੈ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ ਇਸ ਪੰਕਤੀ ਦੇ ਅਰਥ ਕੀਤੇ ਹਨ। ਤਿਥੈ, ਉਹ ਜਿਹੜੇ ਅਧਿਕਾਰੀ ਮਨੁੱਖ ਆ, ਉਹਨਾਂ ਦਾ ਮਨ ਜਿਹੜਾ ਨਾ ਪਰਮੇਸ਼ਰ ਦੀ ਮਹਿਮਾ ਜਸ ਵਡਿਆਈ ਦੇ ਨਾਲ ਸੀਤਾ, ਜਿਸ ਤਰ੍ਹਾਂ ਕਿ ਕੱਪੜਾ ਸੀਤਾ ਜਾਂਦਾ ਨਾ, ਇਸੇ ਤਰ੍ਹਾਂ ਉਹਨਾਂ ਇਸ ਅਵਸਥਾ ਦੇ ਅਧਿਕਾਰੀਆਂ ਨੇ ਪਰਮੇਸ਼ਰ ਦੀ ਜਸ ਵਡਿਆਈ ਕਰਕੇ ਆਪਣਾ ਜਿਹੜਾ ਮਨ ਸੀ ਨਾ ਪਰਮੇਸ਼ਰ ਦੀ ਬੰਦਗੀ ਦੇ ਨਾਲ ਸਿਉਂ ਲਿਆ। ਜਿਹੜਾ ਇੱਕ ਵਾਰ ਸੀਪ ਜਾਵੇ ਉਹ ਮੁੜ ਕੇ ਦੁਬਾਰਾ ਗੁਰਮੁਖੋ ਵੱਖਰਾ ਨਹੀਂ ਹੁੰਦਾ, ਪਾਟ ਜਾਂਦਾ ਪਰ ਕਦੇ ਵਾਸਤੇ ਉਹ ਵੱਖਰਾ ਨਹੀਂ ਹੁੰਦਾ। ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਇਸ ਪੰਕਤੀ ਦੇ ਅਰਥ ਕੀਤੇ ਆ ਕਿ ਉੱਥੇ ਸ਼ਾਂਤੀ ਹੁੰਦੀ ਆ। ਜਿਸ ਤਰ੍ਹਾਂ ਕਿ ਦਿਨ ਦੀ ਤਪਸ਼ ਹੁੰਦੀ ਆ, ਰਾਤ ਦੇ ਸਮੇਂ ਤੇ ਚੰਦਰਮਾ ਚੜ੍ਹਦਾ, ਚੰਦਰਮਾ ਦੀ ਰੋਸ਼ਨੀ ਦੇ ਨਾਲ ਸ਼ੀਤਲਤਾ ਵਰਤਦੀ ਆ। ਫਲਾਂ ਦੇ ਵਿੱਚ, ਸਬਜ਼ੀਆਂ ਦੇ ਵਿੱਚ ਚੰਦਰਮਾ ਦੀਆਂ ਕਿਰਨਾਂ ਰਸ ਭਰਦੀਆਂ, ਮਿਠਾਸ ਭਰਦੀਆਂ। ਜਿਸ ਜਗ੍ਹਾ ਦੇ ਅਧਿਕਾਰੀ ਬਣ ਜਾਂਦੇ ਆ ਗੁਰਮੁਖ, ਉੱਥੇ ਸ਼ਾਂਤੀ ਹੁੰਦੀ ਆ। ਕੋਈ ਵੀ ਕਿਸੇ ਕਿਸਮ ਦੀ ਉੱਥੇ ਤ੍ਰਿਸ਼ਨਾ ਦੀ ਜਾਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੀ ਕੋਈ ਤਪਸ਼ ਨਹੀਂ ਹੈ। ਤਾਕੇ ਰੂਪ ਨਾ ਕਥਨੇ ਜਾਹੇ, ਭਾਈ ਰੂਪ ਦੇ ਬਾਰੇ ਕੋਈ ਕਥਨ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ ਹੈ। ਨਾ ਉਹੇ ਮਰਹੇ ਨਾ ਠਾਗੇ ਜਾਹੇ, ਨਾ ਉਹ ਕਦੇ ਵਾਸਤੇ ਮਰਦੇ ਆ, ਨਾ ਹੀ ਕਾਮ ਕ੍ਰੋਧ ਮੋਹ ਲੋਭ ਹੰਕਾਰ ਉਹਨਾਂ ਨੂੰ ਠੱਗ ਸਕਦਾ, ਨਾ ਹੀ ਜਿਹੜੀ ਮਾਇਕੀ ਪਦਾਰਥ ਆ ਉਹਨਾਂ ਦੇ ਉੱਪਰ ਉਹਨਾਂ ਦਾ ਮਾਨ ਲਭਾਏ ਮਾਨ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਮਾਈ ਮਾਇਆ ਛੜ ਸੈਸ ਖੱਟੇ ਲੱਖ ਕਉ ਉਪਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ। ਫਿਰ ਉਹ ਬੇਮੁਖ ਹੋ ਕਰਕੇ ਕਦੇ ਵਾਸਤੇ ਮਰਦੇ ਨਹੀਂ। ਜਿਹੜਾ ਬੇਮੁਖ ਹੁੰਦਾ ਪ੍ਰਥਾਈ ਪਾਵਨ ਗੁਰਬਾਣੀ ਦੇ ਬਚਨ ਹਨ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਉਹ ਸਦਾ ਜੰਮ ਕਰਕੇ ਧਰਤੀ ਤੇ ਆਉਂਦੇ ਆ, ਮਰ ਕਰਕੇ ਪਰਲੋਕ ਨੂੰ ਜਾਂਦੇ ਆ। ਕਾਮ ਕ੍ਰੋਧ ਮੋਹ ਲੋਭ ਹੰਕਾਰ ਪਰਮੇਸ਼ਰ ਦੇ ਪਿਆਰਿਆਂ ਨੂੰ ਕਦੇ ਵਾਸਤੇ ਡੁਲਾ ਨਹੀਂ ਸਕਦਾ। ਇੱਕ ਵਾਰ ਭਗਤ ਕਬੀਰ ਸਾਹਿਬ ਦੇ ਪਾਸ ਮਾਇਆ ਇੱਕ ਇਸਤਰੀ ਦਾ ਰੂਪ ਧਾਰਨ ਕਰਕੇ ਆਈ। ਸੰਗੀ ਸਾਥੀ ਪਾਸ ਬੈਠੇ ਸਨ। ਬੇਨਤੀ ਕਰਕੇ ਪੁੱਛਿਆ ਕਿ ਭਗਤ ਜੀ, ਇਹ ਇਸਤਰੀ ਬੜੀ ਸੁੰਦਰ ਸਰੂਪ ਵਾਲੀ ਆ, ਪਰ ਇਹਦੇ ਮੱਥੇ ਤੇ ਵੀ ਕੇਸ ਨਹੀਂ ਤੇ ਮਗਰ ਵੀ ਕੇਸ ਨਹੀਂ, ਇਹਦਾ ਕਾਰਨ ਕੀ ਹੈ, ਕੌਣ ਆ?
ਭਗਤ ਕਬੀਰ ਸਾਹਿਬ ਜੀ ਨੇ ਸਤ ਸੰਗੀਆਂ ਦੀ ਬੇਨਤੀ ਕਰਨ ਤੇ ਬਚਨ ਕੀਤੇ, ਭਾਈ ਇਹ ਇਸਤਰੀ ਨਹੀਂ, ਇਹ ਮਾਇਆ ਹੈ। ਭਗਤ ਕਬੀਰ ਸਾਹਿਬ ਜੀ ਇਹਦੇ ਕੇਸ ਇਸ ਤਰ੍ਹਾਂ ਦੇ ਕਿਉਂ ਆ? ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਜਿਹੜੇ ਮੱਥੇ ਦੇ ਕੇਸ ਆ ਇਹ ਸਾਧੂ ਮਹਾਤਮਾ ਦੇ ਦਰ ਤੇ ਆ ਕਰਕੇ ਬੜੀ ਹੋਣ ਵਾਸਤੇ ਮੱਥਾ ਰਗੜਦੀ ਆ, ਪਰ ਸਾਧੂ ਮਹਾਤਮਾ ਇਹਨੂੰ ਅੰਗੀਕਾਰ ਨਹੀਂ ਕਰਦੇ, ਇਸ ਕਰਕੇ ਮੱਥੇ ਦੇ ਕੇਸ ਹੈ ਨਹੀਂ। ਫਿਰਲੇ ਪਾਸੇ ਇਹਦੇ ਕੇਸ ਕਿਉਂ ਨਹੀਂ? ਦੁਨੀਆ ਦੇ ਲੋਕ ਇਹਨੂੰ ਪਕੜਦੇ ਆ, ਆਪਣੇ ਕੋਲੇ ਰੱਖਣ ਦਾ ਯਤਨ ਕਰਦੇ ਆ, ਪਰ ਦੁਨੀਆ ਦੇ ਲੋਕਾਂ ਕੋਲੇ ਇਹ ਰਹਿੰਦੀ ਨਹੀਂ। ਇਸ ਕਰਕੇ ਨਾ ਤਾਂ ਇਹਦੇ ਮੱਥੇ ਦੇ ਕੇਸ ਆ, ਨਾ ਮਗਰਲੇ ਪਾਸੇ ਕੇਸ ਆ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਮਾਇਆ ਛਲ ਕਰਨ ਵਾਸਤੇ ਆਈ। ਇਸਤਰੀ ਦਾ ਰੂਪ ਧਾਰਨ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਪਾਸ ਆਈ ਤੇ ਕਹਿਣ ਲੱਗੀ, ਮੇਰੀ ਤਾਣੀ ਬਣ ਦਿਓ। ਤੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਕਿ ਮੇਰਾ ਇੱਕ ਜ਼ਿੰਦਗੀ ਦਾ ਨਿਯਮ ਆ, ਜਿਹੜਾ ਮੇਰੇ ਪਾਸ ਪਹਿਲਾਂ ਆਉਂਦਾ ਉਹਦਾ ਕੰਮ ਅਸੀਂ ਪਹਿਲਾਂ ਕਰਦੇ ਤੇ ਜਿਹੜਾ ਬਾਅਦ ਵਿੱਚ ਆਉਂਦਾ ਉਹਦਾ ਕੰਮ ਬਾਅਦ ਵਿੱਚ ਕੀਤਾ ਜਾਂਦਾ। ਉੱਥੇ ਮਾਇਆ ਨੇ ਫਿਰ ਛਲ ਕੀਤਾ, ਆਪਣਾ ਪ੍ਰਤਾਪ ਦਿਖਾਇਆ। ਤਾਣੀ ਬੁਣਨ ਵਾਲੇ ਜਿੰਨੇ ਵੀ ਉਹਨਾਂ ਦੇ ਔਜ਼ਾਰ ਸਨ, ਮਾਇਆ ਨੇ ਆਪਣੀ ਸ਼ਕਤੀ ਦੇ ਨਾਲ ਗੁਰਮਖੋ ਉਹ ਸੋਨੇ ਦੇ ਬਣਾ ਦਿੱਤੇ ਵੀ ਸ਼ਾਇਦ ਇਹਨਾਂ ਦੇ ਘਰ ਵਿੱਚ ਗਰੀਬੀ ਆ, ਸੋਨੇ ਦੇ ਇਹ ਸੰਦ ਵੇਖ ਕਰਕੇ ਲੁਭਾਏਮਾਨ ਹੋ ਜਾਣਗੇ। ਭਗਤ ਕਬੀਰ ਸਾਹਿਬ ਜੀ ਨੇ ਆਪਣੇ ਪੁੱਤਰ ਕਮਾਲੇ ਨੂੰ ਆਵਾਜ਼ ਮਾਰੀ, ਕਮਾਲਿਆ ਛੁਰੀ ਲਿਆ। ਜਦੋਂ ਛੁਰੀ ਦਾ ਨਾਮ ਮਾਇਆ ਨੇ ਸੁਣਿਆ ਤੇ ਬਹੁਤ ਉੱਚੀ ਉੱਚੀ ਖੇੜ ਖੜਾ ਕਰਕੇ ਗੁਰਮੁਖੋ ਮਾਇਆ ਹੱਸੀ ਆ, ਸ਼ਾਇਦ ਛੁਰੀ ਦੇ ਨਾਲ ਲੱਗੀ ਹੋਈ ਤਾਣੀ ਨੂੰ ਵੱਢਣਗੇ ਤੇ ਮੇਰੀ ਤਾਣੀ ਪਹਿਲਾਂ ਬੁਣਨਗੇ। ਭਗਤ ਕਬੀਰ ਸਾਹਿਬ ਦਾ ਪੁੱਤਰ ਕਮਾਲਾ ਛੁਰੀ ਲਾਇਆ। ਭਗਤ ਕਬੀਰ ਸਾਹਿਬ ਜੀ ਨੇ ਛੁਰੀ ਆਪਣੇ ਹੱਥ ਵਿੱਚ ਫੜੀ ਆ, ਇੱਕ ਹੱਥ ਦੇ ਨਾਲ ਮਾਇਆ ਨੂੰ ਪਕੜ ਲਿਆ। ਮਾਇਆ ਨੇ ਗੁਰਮੁਖੋ ਦਾ ਨੱਕ ਕੱਟ ਦਿੱਤਾ, ਉਹਦੇ ਕੰਨ ਕੱਟ ਦਿੱਤੇ। ਕੁੱਟ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤੀ ਆ। ਪਰ ਇਸ ਹਾਲਾਤ ਨੂੰ, ਇਸ ਸਮੇਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਗੁਰਬਾਣੀ ਅੰਦਰ ਅੰਕਿਤ ਕੀਤਾ। ਨਾਕੋਂ ਕਾਟੀ संतन की बैरन तीन लोक की प्यारी। ये दुनिया दे लोको मैनू भरमाउण वास्ते माया आई सी, पर माया सानू भरमा नहीं सके, पर असी माया दा नक वढ़ दिता। जिस बंदे ते इस्तरी पशु दा नक होवे ते गुरमुखो ओदा रूप बिगड़ जांदा। नक ते कन शरीर दा शिंगार हुंदे आ। इस दुनिया दे लोको सानू माया भरमाउण वास्ते आई, असी माया दा नक वढ़ दिता, माया दे कन वढ़ दिते, कुट करके अपने घर विचों बाहर कढ़ दिती आ। भगतन की बैरन, ये भगत जिहड़े परमेश्वर की बंदगी करने वाले उन्हां दे नाल इहदा वैर विरोध आ। तीन लोक की प्यारी, पर जिहड़े दुनिया दे लोक आ उन्हां दे नाल माया दा बहुत ज्यादा लगाव, बहुत ज्यादा प्यार आ। पर जिहड़े परमेश्वर दे प्यारे आ ना ओह मरहे अगे जाहे, उन्हां दे नाल काम क्रोध मोह लोभ अहंकार फरेब ठगी धोखा नहीं कर सकदा, ते फिर बेमुख हो करके मर करके परलोक तो जांदे नहीं। नौवें पातशाह तेग बहादुर साहब जी महाराज सच्चे पातशाह
ਪਾਵਨ ਗੁਰਬਾਣੀ ਅੰਦਰ ਜ਼ਿਕਰ ਕਰਦੇ ਆ, ਸਾਧੂ ਰਹਿਓ ਗੁਰ ਗੋਬਿੰਦ, ਜਾਂ ਤਾਂ ਗੁਰਮੁਖੋ ਪਰਮੇਸ਼ਰ ਸਦੀਵ ਕਾਲ ਅਟਾਲਿਆ। ਜਾਂ ਪਰਮੇਸ਼ਰ ਦਾ ਨਾਮ, ਜਾਂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧੂ ਮਹਾਤਮਾ ਸਦੀਵ ਕਾਲ ਇਸ ਦੁਨੀਆ ਤੇ ਰਹਿੰਦੇ ਆ। ਇੱਕ ਵਾਰ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਭਰੇ ਭਗਤਾਂ ਉੱਪਰ ਸਵਾਲ ਕੀਤਾ ਕਿ ਕਬੀਰ ਸਾਹਿਬ ਜੀ ਟਾਈਮ ਤੇ ਰਾਜਾ ਕੌਣ ਸੀ? ਕਿਸੇ ਨੂੰ ਕੋਈ ਜਵਾਬ ਨਹੀਂ ਆਇਆ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਹੜੇ ਗਰੀਬੀ ਦੀ ਹਾਲਤ ਵਿੱਚ ਤਾਣੀ ਬੁਣ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ, ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਆ। ਪਰ ਜਿਸ ਰਾਜੇ ਦਾ ਹੁਕਮ ਚੱਲਦਾ ਸੀ, ਬਹੁਤ ਉਹਦੇ ਕੋਲੇ ਭੰਡਾਰੇ ਸਨ, ਬਿਆਨ ਫੌਜਾਂ ਸਨ, ਪਰ ਉਸ ਰਾਜੇ ਨੂੰ ਤੁਸੀਂ ਜਾਣਦੇ ਨਹੀਂ। ਕਬੀਰ ਸਾਹਿਬ ਜੀ ਨੂੰ ਜਾਣਦੇ ਆ। ਇਹਦਾ ਕਾਰਨ ਕੀ ਕਿ ਕਬੀਰ ਸਾਹਿਬ ਜੀ ਨੇ ਨਾਮ ਜਪਿਆ। ਜਿਹੜਾ ਨਾਮ ਜਪਦਾ ਪਰਮੇਸ਼ਰ ਨੂੰ ਯਾਦ ਰੱਖਦਾ, ਜਦੋਂ ਸਰੀਰ ਕਰਕੇ ਨੂੰ ਛੱਡ ਕਰਕੇ ਦੁਨੀਆ ਤੋਂ ਤੁਰ ਜਾਂਦਾ, ਦੁਨੀਆ ਦੇ ਲੋਕ ਉਹਨੂੰ ਯਾਦ ਕਰਦੇ ਆ। ਉਹਦੀਆਂ ਯਾਦਗਾਰਾਂ ਬਣਾਈਆਂ ਜਾਂਦੀਆਂ, ਉਹਦੀਆਂ ਯਾਦਾਂ ਮਨਾਈਆਂ ਵੀ ਜਾਂਦੀਆਂ ਨੇ। ਇਸ ਕਰਕੇ ਗੁਰਮੁਖ ਇਸ ਧਰਤੀ ਤੇ ਜਾਂ ਸਾਧ ਮਹਾਤਮਾ ਰਹਿੰਦਾ, ਜਾਂ ਪਰਮੇਸ਼ਰ ਤੇ ਜਾਂ ਪਰਮੇਸ਼ਰ ਦਾ ਪਿਆਰਾ, ਜਾਂ ਪਰਮੇਸ਼ਰ ਦਾ ਨਾਮ ਸਦੀਵ ਕਾਲ ਵਾਸਤੇ ਅਟਲ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਨਾ ਉਹੇ ਮਰਹੇ ਬੇਮੁਖੋ ਕਰਕੇ ਪਰਮੇਸ਼ਰ ਤੋਂ ਕਦੇ ਵਾਸਤੇ ਮਰੇ ਨਹੀਂ, ਨਾ ਹੀ ਕਾਮ ਮੋਹ ਲੋਭ ਹੰਕਾਰ ਉਹਨਾਂ ਨੂੰ ਠੱਗੀ ਕਰ ਸਕਦੇ ਹੋ। ਜਿਨ ਕਾ ਨਾਮ ਵਸੈ ਮਨ ਮਾਹੇ, ਕਿਹੜੇ ਮਰੇ ਕਿਹਦੇ ਨਾ ਕਾਮ ਕ੍ਰੋਧ ਲੋਭ ਹੰਕਾਰ ਛਾੜੇ, ਜਿਨ੍ਹਾਂ ਪਰਮੇਸ਼ਰ ਹਿਰਦੇ ਵਸਦਾ ਹੈ। ਭਗਤ ਰਹੇ ਕੇ ਲੋ, ਜਿਨ੍ਹਾਂ ਨੇ ਪੈਰ ਨੂੰ ਗਤ ਕੀਤਾ, ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਵਸਦੇ ਹਨ। ਕਰ ਆਨੰਦ ਸਦਾ ਮਨ ਪਰਮੇਸ਼ਰ ਦੀ ਕਰਕੇ ਸਦੀਵ ਕਾਲ ਦਾ ਉਹ ਆਨੰਦ ਪ੍ਰਾਪਤ ਕਰਦੇ ਹਨ। ਸੱਚਖੰਡ ਅਕਾਲ ਪੁਰਖ ਵਾਹਿਗੁਰੂ ਕਾਰ ਤੋਂ ਰਹਿਤ ਤੇ ਕਰ ਕਰ ਵੇਖੈ ਨਦਰ ਨਿਹਾਲ, ਜਿਹੜੇ ਪਰਮੇਸ਼ਰ ਦਾ ਸਰਵਣ ਕਰਦੇ ਆ, ਜਿਹੜੇ ਨਨਕ ਕਰਦੇ ਆ, ਵੇਖੈ ਨਦਰ, ਉਹਨਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਆ। ਜਦੋਂ ਬਖਸ਼ ਹੁੰਦੀ ਤੇ ਨਦੀ ਨਿਹਾਲ ਕਰਦੇ ਹਨ। ਖੰਡ ਬਲਵਾਰ ਭੰਡ, ਜਿਹੜੇ ਪਰਮੇਸ਼ਰ ਖੰਡੀ ਅਵਸਥਾ ਦੇ ਅਧਿਕਾਰੀ ਬਣਦੇ ਆ, ਉਹਨਾਂ ਨੂੰ ਨੌ ਖੰਡਾਂ ਦੇ ਬਖਸ਼ੋਜੀ ਦੀ ਨੌ ਖੰਡ ਇਹੋ ਜਿਹਾ ਵਰਤਾਰਾ ਵਰਤਦਾ। ਮੰਡਲ 400 ਕੋਹ ਦਾ ਜਿਹੜਾ ਗੋਲਾਕਾਰ ਦੇਸ਼ ਹੁੰਦਾ ਹੈ, ਤੇ ਸੋਝੀ ਪੈ ਜਾਂਦੀ ਆ। ਵਰ ਭੰਡ ਜਿਹੜੀਆਂ 21 ਪੁਰੀਆਂ ਨੇ, 21 ਪੁਰੀਆਂ ਵਿੱਚ ਕਿਹੋ ਜਿਹਾ ਵਰਤਾਰਾ ਵਰਤਦਾ, ਉਹਦੇ ਬਾਰੇ ਸੋਚ ਹੁੰਦੀ ਹੈ। ਤੋ ਕਥਾ ਅੰਤ ਨਾ, ਉਹਨਾਂ ਦੇ ਬਾਰੇ ਜੇ ਕੋਈ ਕਥਨ ਦਾ ਅੰਤ ਕਰੇਗਾ, ਕੋਈ ਅੰਤ ਨਹੀਂ ਪਾ ਸਕਦਾ, ਆਪਣਾ ਅੰਤ ਕਰਾਉਂਦਾ ਹੈ।
ਉਸ ਅਵਸਥਾ ਦੇ ਪ੍ਰਕਾਸ਼ ਹੀ ਪ੍ਰਕਾਸ਼ ਆ ਹੱਡ ਤੇ ਚਮੜੇ ਉੱਥੇ ਸਰੀਰ ਨਹੀਂ ਹਨ। ਜਿਵ ਜਿਵ ਤਿਵੈ ਤਿਵਕਾਰ ਪਰਮੇਸ਼ਰ ਦੇ ਦਰਬਾਰੇ ਅਗੇ ਅਵਤਾਰ ਪਕੰਬਰ ਪੀਰ ਦਰਬਾਰੇ ਖੜੇ, ਪਰ ਜਿਵੇਂ ਜਿਵੇਂ ਵਾਹਿਗੁਰੂ ਉਹਨਾਂ ਨੂੰ ਹੁਕਮ ਕਰਦਾ ਉਸੇ ਤਰ੍ਹਾਂ ਸਰੀਰ ਧਾਰਨ ਕਰਕੇ ਧਰਤੀ ਤੇ ਆਉਂਦੇ ਆ। ਜਿਸ ਤਰ੍ਹਾਂ ਦਾ ਪਰਮੇਸ਼ਰ ਨੇ ਆਗਿਆ ਕੀਤੀ, ਜਿਸ ਤਰ੍ਹਾਂ ਪਰਮੇਸ਼ਰ ਨੇ ਹੁਕਮ ਕੀਤਾ, ਉਸ ਤਰ੍ਹਾਂ ਸੰਸਾਰ ਤੇ ਆ ਕਰਕੇ ਧਰਤੀ ਤੇ ਆ ਕਰਕੇ ਉਹ ਕਾਰਜ ਕਰਦੇ ਹਨ। ਵੇਖੈ ਵਿਗਸੈ ਕਰ ਵਿਚਾਰ ਆ ਕਰਕੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਆ। ਪਰਮੇਸ਼ਰ ਨੂੰ ਦੇਖ ਕਰਕੇ ਵਿਕਸੇ ਉਹਨਾਂ ਦੇ ਮਨ ਵਿੱਚ ਆਨੰਦ ਖੇੜਾ ਪ੍ਰਾਪਤ ਹੁੰਦਾ ਹੈ। ਨਾਨਕ ਕਥਨਾ ਕੜਾ ਸਾਰ ਜਿਹੜੇ ਕਰਮਖੰਡ ਅਵਸਥਾ ਦੇ ਅਧਿਕਾਰੀ ਬਣ ਗਏ ਆ, ਉਹਨਾਂ ਦੇ ਬਾਰੇ ਕਥਨ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ। ਜਿਸ ਤਰ੍ਹਾਂ ਕਿ ਸੋਨੇ ਦੇ ਘੜਨੇ, ਸੋਨੇ ਨੂੰ ਢਾਲਣਾ ਬਹੁਤ ਔਖਾ, ਸੋਨੇ ਦੇ ਗਹਿਣੇ ਬਣਾਉਣੇ ਬਹੁਤ ਜ਼ਿਆਦਾ ਔਖੇ ਆ। ਹਰ ਇੱਕ ਬੰਦਾ ਸੋਨੇ ਦੀ ਘਾਟ ਨਹੀਂ ਕਰ ਸਕਦਾ। ਸਾਰ ਜਿਸ ਤਰ੍ਹਾਂ ਕਿ ਜਿਹੜਾ ਲੋਹੇ ਦੀ ਘਾਟ ਘੜਨੀ ਆ, ਜਿਹੜਾ ਸਾਰ ਅਸਲ ਚੋਂ ਪ੍ਰਾਪਤ ਕਰਨਾ, ਵਿਦਵਾਨ ਧਾਰਮਿਕ ਗ੍ਰੰਥਾਂ ਦਾ ਕਥਨ ਹੈ 21 ਮਣ ਲੋਹਾ ਲੈ ਕਰਕੇ ਤੇ ਉਹਨੂੰ ਕੁੱਟਣਾ, ਤੇ ਜਦੋਂ ਉਹਦੇ ਵਿੱਚੋਂ 1 ਕਿਲੋ ਰਹਿੰਦਾ ਤੇ ਉਹਨੂੰ ਸੜਕਦਾ। ਜੇ ਉਹਦੀ ਘਾਟ ਘੜਨੀ ਬਹੁਤ ਜ਼ਿਆਦਾ ਔਖੀ ਆ, ਸੋਨੇ ਦੀ ਘਾਟ ਘੜਨੀ ਬਹੁਤ ਜ਼ਿਆਦਾ ਔਖੀ ਆ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹਨਾਂ ਦੇ ਬਾਰੇ ਕਥਨ ਕਰਨਾ ਇਹ ਕਿਸੇ ਆਮ ਮਨੁੱਖ ਦੀ ਬੁੱਧੀ ਨਹੀਂ। ਉਹ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ, ਪਰਮੇਸ਼ਰ ਦਾ ਨਾਮ ਜਪ ਕਰਕੇ, ਜਿਸ ਤਰ੍ਹਾਂ ਕਿ ਪਾਵਨ ਗੁਰਬਾਣੀ ਦੇ ਵਚਨ ਹਨ, ਜਿਨ੍ਹਾਂ ਨਾ ਵਿਸਰੈ ਨਾਮ ਸੇਖ ਨੇ ਹੀਦਨ ਜਨ ਮੋਲ ਸਾਈ। ਜਿਹ ਪਰਮੇਸ਼ਰ ਦੇ ਪਿਆਰਿਆਂ ਵਿੱਚ, ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਸ੍ਰੀ ਦਸ਼ਮ ਗ੍ਰੰਥ ਦੀ ਪਾਵਨ ਗੁਰਬਾਣੀ ਅੰਦਰ ਕਰਦੇ ਆ। ਰੋਜ਼ ਆਪਾਂ ਰਹਿ ਰਾਸ਼ੀ ਦੀ ਪਾਵਨ ਗੁਰਬਾਣੀ ਅੰਦਰ ਪੜ੍ਹ ਤੇ ਸੁਣਦੇ ਆ। ਹਰ ਇੱਕ ਹੈ ਵਿਚਾਰ ਕਛ ਨਾਹੀ, ਜਲ ਪੁਜ ਤਰਜਿਓ ਬਾਲ ਹੀ ਸਮਾਹੀ। ਪਰਮੇਸ਼ਰ ਦੇ ਵਿੱਚ ਤੇ ਪਰਮੇਸ਼ਰ ਦੇ ਪਿਆਰਿਆਂ ਵਿੱਚ ਕੋਈ ਵੀ ਨਹੀਂ ਫਰਕ ਹੁੰਦਾ। ਜਿਸ ਤਰ੍ਹਾਂ ਪਾਣੀ ਤੇ ਪਾਣੀ ਦੀ